ਓਮ ਸ਼ਾਂਤੀ। ਅੱਜ 2/7/2023 ਦੀ ਬਾਣੀ ਹੈ। अव्यक्त बाप दादा ਦਾ रिवाइज कोर्स की तारीख 26/1/1995। आज बाप दादा ने टाइटल दिया ब्रह्मा बाप दे होर दी कदम फरमान बरदार वफादार। ब्रह्मा बाप दे होर दी कदम फरमान बरदार वफादार। आज बाप दादा आखदे ने ਅੱਜ ਬਾਪ ਦਾਦਾ ਚਾਰੇ ਪਾਸੇ ਦੇ ਸਨੇਹੀ ਅਤੇ ਸਹਿਯੋਗੀ ਬੱਚਿਆਂ ਨੂੰ ਅਤੇ ਸ਼ਕਤੀਸ਼ਾਲੀ ਸਮਾਨ ਬੱਚਿਆਂ ਨੂੰ ਵੇਖ ਰਹੇ ਹੈ। ਸਨੇਹੀ ਸਾਰੇ ਬੱਚੇ ਹੈ, ਲੇਕਿਨ ਸ਼ਕਤੀਸ਼ਾਲੀ ਸ਼ਕਤੀ ਅਨੁਸਾਰ ਹੈ। ਸਨੇਹੀ ਬੱਚਿਆਂ ਨੂੰ ਸਨੇਹ ਦਾ ਰਿਟਰਨ ਪਦਮ ਗੁਣਾ ਸਨੇਹ ਅਤੇ ਸਹਿਯੋਗ ਪ੍ਰਾਪਤ ਹੁੰਦਾ ਹੈ। ਸ਼ਕਤੀਸ਼ਾਲੀ ਸਮਾਨ ਬੱਚਿਆਂ ਨੂੰ ਸਦਾ ਸਹਿਜ ਵਿਜਯੀ ਭਵ ਦਾ ਰਿਟਰਨ ਮਿਲਦਾ ਸਭ ਨੂੰ ਹੈ। ਸਨੇਹੀ ਬੱਚੇ ਜਥਾ ਸ਼ਕਤੀਸ਼ਾਲੀ ਹੋਣ ਦੇ ਕਾਰਨ ਸਦਾ ਸਹਿਜ ਵਿਜੇ ਦਾ ਅਨੁਭਵ ਨਹੀਂ ਕਰ ਪਾਉਂਦੇ। ਕਦੇ ਸਹਿਜ ਕਦੇ ਮਿਹਨਤ। ਬਾਪ ਦਾਦਾ ਸਨੇਹੀ ਬੱਚਿਆਂ ਨੂੰ ਵੀ ਸਹਿਜ ਕਰਨ ਦਾ ਸਹਿਯੋਗ ਦਿੰਦੇ ਹੈ, ਕਿਉਂਕਿ ਸਨੇਹੀ ਆਤਮਾਵਾਂ ਸਹਿਯੋਗੀ ਵੀ ਰਹਿੰਦੀਆਂ ਹੀ ਹੈ। ਤਾਂ ਸਹਿਯੋਗ ਦੇ ਰਿਟਰਨ ਵਿੱਚ ਬਾਪ ਦਾਦਾ ਸਹਿਯੋਗ ਜ਼ਰੂਰ ਦਿੰਦੇ ਹੈ, ਲੇਕਿਨ ਯੋਗ ਪੂਰਾ ਨਾ ਹੋਣ ਦੇ ਕਾਰਨ ਸਹਿਯੋਗ ਮਿਲਦੇ ਵੀ ਪ੍ਰਾਪਤੀ ਦਾ ਅਨੁਭਵ ਨਹੀਂ ਕਰ ਪਾਉਂਦੇ। ਯੋਗ ਦੁਆਰਾ ਹੀ ਸਹਿਯੋਗ ਦਾ ਅਨੁਭਵ ਹੁੰਦਾ ਹੈ ਅਤੇ ਸ਼ਕਤੀਸ਼ਾਲੀ ਸਮਾਨ ਬੱਚੇ ਸਦਾ ਯੋਗ ਯੁਕਤ ਹੈ, ਇਸ ਲਈ ਸਹਿਯੋਗ ਦਾ ਅਨੁਭਵ ਕਰਦੇ ਸਹਿਜ ਵਿਜਯੀ ਬਣ ਜਾਂਦੇ ਹੈ। ਪਰ ਬਾਪ ਨੂੰ ਦੋਵੇਂ ਤਰ੍ਹਾਂ ਦੇ ਬੱਚੇ ਹੀ ਪਿਆਰੇ ਹੈ। ਪਿਆਰ ਅਤੇ ਸਦਾ ਵਿਜਯੀ ਰਹਿਣ ਦੀ ਸ਼ੁਭ ਚਾਹਨਾ ਸਾਰੇ ਬੱਚਿਆਂ ਵਿੱਚ ਰਹਿੰਦੀ ਹੈ, ਲੇਕਿਨ ਸ਼ਕਤੀ ਘੱਟ ਹੋਣ ਦੇ ਕਾਰਨ ਸਮੇਂ ਦੇ ਅਤੇ ਸਰਵ ਸ਼ਕਤੀਆਂ ਕੰਮ ਵਿੱਚ ਨਹੀਂ ਲਗਾ ਸਕਦੇ। ਬਾਪ ਵਰਸੇ ਦੇ ਅਧਿਕਾਰ ਵਿੱਚ ਸਰਵ ਸ਼ਕਤੀਆਂ ਦਾ ਅਧਿਕਾਰ ਸਾਰੇ ਬੱਚਿਆਂ ਨੂੰ ਦਿੰਦੇ ਹੈ। ਅਧਿਕਾਰ ਦੇਣ ਵਿੱਚ ਬਾਪ ਦਾਦਾ ਫਰਕ ਨਹੀਂ ਰੱਖਦੇ, ਸਭ ਨੂੰ ਸੰਪੂਰਨ ਅਧਿਕਾਰੀ ਬਣਾਉਂਦੇ ਹੈ, ਲੇਕਿਨ ਲੈਣ ਵਿੱਚ ਨੰਬਰ ਵਾਰ ਬਣ ਜਾਂਦੇ ਹੈ। ਬਾਪ ਦਾਦਾ ਕਿਸੇ ਨੂੰ ਸਪੈਸ਼ਲ ਕਿਸੇ ਨੂੰ ਵੱਖ ਟਿਊਸ਼ਨ ਦਿੰਦੇ ਨਹੀਂ ਦਿੰਦੇ। ਪੜ੍ਹਾਈ ਸਭ ਦੀ ਇੱਕ ਹੈ, ਪਾਲਣਾ ਸਭ ਦੀ ਇੱਕ ਹੈ। ਪਾਂਡਵ ਦੀ ਵੱਖ ਪਾਲਣਾ ਹੋਵੇ, ਸ਼ਕਤੀਆਂ ਦੀ ਵੱਖ ਹੋਵੇ, ਇਵੇਂ ਹੈ ਕਿ ਸਭ ਨੂੰ ਇੱਕ ਜਿਹੀ ਪਾਲਣਾ ਅਤੇ ਪੜ੍ਹਾਈ ਹੈ, ਲੇਕਿਨ ਲੈਣ ਵਿੱਚ ਰਿਜ਼ਲਟ ਵਿੱਚ ਕਿੰਨਾ ਫਰਕ ਪੈ ਜਾਂਦਾ ਹੈ। ਕਿੱਥੇ ਅਸ਼ਟ ਰਤਨ ਅਤੇ ਕਿੱਥੇ 16,108 ਰਤਨ, ਕਿੰਨਾ ਫਰਕ ਹੈ। ਇਹ ਫਰਕ ਕਿਉਂ ਹੋਇਆ? ਪੜ੍ਹਾਈ ਅਤੇ ਪਾਲਣਾ ਨੂੰ, ਵਰਦਾਨਾਂ ਨੂੰ ਧਾਰਨ ਕਰਨਾ ਤੇ ਕੰਮ ਵਿੱਚ ਲਗਾਉਣਾ, ਇਸ ਵਿੱਚ ਫਰਕ ਹੋ ਜਾਂਦਾ ਹੈ। ਕਈ ਬੱਚੇ ਧਾਰਨ ਵੀ ਕਰ ਲੈਂਦੇ ਹੈ, ਲੇਕਿਨ ਸਮੇਂ ਪ੍ਰਮਾਣ ਕੰਮ ਵਿੱਚ ਲਗਾਉਣਾ ਨਹੀਂ ਆਉਂਦਾ ਹੈ। ਬੁੱਧੀ ਤੱਕ ਬਹੁਤ ਭਰਪੂਰ ਹੋਵੇਗੀ, ਲੇਕਿਨ ਕਰਮ ਵਿੱਚ ਆਉਣਾ ਤੇ ਫਰਕ ਪੈ ਜਾਂਦਾ ਹੈ। ਬ੍ਰਹਮਾ ਬਾਪ ਨੰਬਰ 1 ਕਿਉਂ ਬਣਿਆ? 2 ਕਦਮ ਪਹਿਲੇ ਸੁਣਾਏ ਨਾ। ਤੀਸਰਾ ਸਦਾ ਬਾਪ ਸਿੱਖਿਅਕ ਅਤੇ ਸਤਿਗੁਰੂ ਦੇ ਫਰਮਾਨ ਬਰਦਾਰ ਬਣੇ। ਹਰ ਫਰਮਾਨ ਨੂੰ ਜੀ ਹਜ਼ੂਰ ਕੀਤਾ। ਬਾਪ ਦਾ ਫਰਮਾਨ ਹੈ ਸਦਾ ਸਰਵ ਖਜ਼ਾਨਿਆਂ ਦੇ ਵਰਸੇ ਵਿੱਚ ਸੰਪੰਨ ਬਣਨਾ ਅਤੇ ਬਣਾਉਣਾ। ਤਾਂ ਪ੍ਰਤੱਖ ਵੇਖਿਆ ਕਿ ਸਰਵ ਖਜ਼ਾਨੇ, ਗਿਆਨ, ਸ਼ਕਤੀਆਂ, ਗੁਣ ਸ੍ਰੇਸ਼ਟ, ਸਮੇਂ ਸ੍ਰੇਸ਼ਟ, ਸੰਕਲਪ ਸ੍ਰੇਸ਼ਟ ਦਾ ਖਜ਼ਾਨਾ ਪਹਿਲੇ ਦਿਨ ਤੋਂ ਲੈ ਕੇ ਲਾਸਟ ਦਿਨ ਤੱਕ ਕੰਮ ਵਿੱਚ ਲਗਾਇਆ। ਲਾਸਟ ਦਿਨ ਵੀ ਸਮੇਂ ਸੰਕਲਪ ਬੱਚਿਆਂ ਪ੍ਰਤੀ ਲਗਾਇਆ। ਗਿਆਨ ਦਾ ਖਜ਼ਾਨਾ, ਯਾਦ ਦੀ ਸ਼ਕਤੀ ਅਤੇ ਸਹਿਨਸ਼ੀਲਤਾ ਦੇ ਗੁਣ ਦਾ ਸਵਰੂਪ, ਇਹ ਸਭ ਖਜ਼ਾਨੇ ਲਾਸਟ ਸਮੇਂ ਤੱਕ ਸਰੀਰ ਨੂੰ ਵੀ ਭੁੱਲ ਸੇਵਾ ਵਿੱਚ ਪ੍ਰੈਕਟੀਕਲ ਵਿੱਚ ਲਗਾ ਕੇ ਵਿਖਾਇਆ। ਤਾਂ ਉਸ ਨੂੰ ਕਿਹਾ ਜਾਂਦਾ ਹੈ ਫਰਮਾਨ ਬਰਦਾਰ ਨੰਬਰ 1 ਬੱਚਾ, ਕਿਉਂਕਿ ਬਾਪ ਦਾ ਵਿਸ਼ੇਸ਼ ਫਰਮਾਨ ਇਹੀ ਹੈ ਕਿ ਯਾਦ ਅਤੇ ਸੇਵਾ ਵਿੱਚ ਸਦਾ ਬਾਪ ਸਮਾਨ ਰਹੋ। ਤਾਂ ਆਦਿ ਤੋਂ ਲੈ ਕੇ ਅੰਤ ਘੜੀ ਤੱਕ ਦੋਵੇਂ ਹੀ ਫਰਮਾਨ ਪ੍ਰੈਕਟੀਕਲ ਵਿੱਚ ਦੇਖਿਆ ਨਾ। ਸਨੇਹ ਦੀ ਸ਼ਕਤੀ ਹੈ ਫਾਲੋ ਕਰਨਾ। ਤਾਂ ਚੈੱਕ ਕਰੋ, ਆਦਿ ਤੋਂ ਹੁਣ ਤੱਕ ਸਰਵ ਖਜ਼ਾਨਿਆਂ ਨੂੰ ਖੁਦ ਦੇ ਨਾਲ ਨਾਲ ਸੇਵਾ ਵਿੱਚ ਲਗਾਇਆ ਹੈ।
ਬਾਪ ਦਾ ਫਰਮਾਨ ਇੱਕ ਸਵਾਸ ਜਾਂ ਸੰਕਲਪ ਸੈਕਿੰਡ ਵਿਅਰਥ ਨਹੀਂ ਗਵਾਉਣਾ ਹੈ, ਤਾਂ ਸਾਰੇ ਦਿਨ ਵਿੱਚ ਇਹ ਫਰਮਾਨ ਪ੍ਰੈਕਟੀਕਲ ਵਿੱਚ ਲਿਆਂਦਾ ਜਾਂ ਕਦੇ ਲਿਆਂਦਾ ਕਦੇ ਨਹੀਂ ਲਿਆਂਦਾ। ਜੇਕਰ ਕਦੇ ਕਦੇ ਫਰਮਾਨ ਵਰਦਾਰ ਬਣੇ ਤਾਂ ਕਦੇ ਨਹੀਂ ਬਣੇ ਤਾਂ ਕਿਸੇ ਲਿਸਟ ਵਿੱਚ ਜਾਓਗੇ। ਜੇਕਰ ਬਾਪ ਦਾਦਾ ਫਰਮਾਨ ਵਰਦਾਰ ਦੀ ਲਿਸਟ ਕੱਢਣ ਤਾਂ ਤੁਸੀਂ ਕਿਸ ਲਿਸਟ ਵਿੱਚ ਹੋਵੋਗੇ? ਆਪਣੇ ਨੂੰ ਤਾਂ ਜਾਣਦੇ ਹੋ ਨਾ, ਕਿਉਂਕਿ ਤੁਸੀਂ ਸਭ ਸਰਵ ਖਜ਼ਾਨਿਆਂ ਦੇ ਟਰਸਟੀ ਮਨਾ ਮਾਲਿਕ ਹੋ। ਤਾਂ ਇੱਕ ਸੰਕਲਪ ਵੀ ਬਿਨ ਬਾਪ ਦੇ ਫਰਮਾਨ ਤੇ ਯੂਜ਼ ਨਹੀਂ ਕਰ ਸਕਦੇ ਹੋ, ਜਾਂ ਸੋਚਦੇ ਹੋ ਕਿ ਅਸੀਂ ਬਾਲਕ ਸੋ ਮਾਲਿਕ ਹਾਂ, ਇਸ ਲਈ ਵਿਅਰਥ ਗਵਾਏ ਜਾਂ ਕੁਝ ਵੀ ਕਰੀਏ ਇਸ ਵਿੱਚ ਬਾਪ ਦਾ ਕੀ ਜਾਂਦਾ ਹੈ? ਬਾਪ ਨੇ ਦੇ ਦਿੱਤਾ, ਹੁਣ ਹਿਸਾਬ ਕਿਉਂ ਲੈਂਦੇ ਹੈ? ਨਹੀਂ, ਤੁਸੀਂ ਰੋਜ਼ ਬਾਪ ਦੇ ਅੱਗੇ ਕਹਿੰਦੇ ਹੋ ਕਿ ਸਭ ਤੇਰਾ ਹੈ, ਮੇਰਾ ਨਹੀਂ ਹੈ। ਕਹਿੰਦੇ ਹੋ ਨਾ ਕਿ ਟਾਈਮ ਤੇ ਮੇਰਾ ਅਤੇ ਟਾਈਮ ਤੇ ਤੇਰਾ। ਜਦ ਸਾਡਾ ਮਤਲਬ ਹੋਵੇ ਤਾਂ ਮੇਰਾ ਉਵੇਂ ਤੇਰਾ। ਅਜਿਹੀ ਚਤੁਰਾਈ ਤਾਂ ਨਹੀਂ ਕਰਦੇ ਹੋ। ਬ੍ਰਹਮਾ ਬਾਪ ਨੂੰ ਵੇਖਿਆ, ਆਪਣੇ ਆਰਾਮ ਦਾ ਸਮੇਂ ਵੀ ਵਿਚਾਰ ਸਾਗਰ ਮੰਥਨ ਕਰ ਬੱਚਿਆਂ ਦੇ ਪ੍ਰਤੀ ਲਗਾਇਆ। ਰਾਤਰੀ ਵਿੱਚ ਵੀ ਜਾਗ ਕੇ ਬੱਚਿਆਂ ਨੂੰ ਯੋਗ ਦੀ ਸ਼ਕਤੀ ਦਿੰਦੇ ਰਹੇ। ਇਹ ਚਰਿੱਤਰ ਤਾਂ ਸੁਣੇ ਹੈ ਨਾ, ਬ੍ਰਹਮਾ ਦੀ ਕਹਾਣੀ ਸੁਣੀ ਹੈ ਨਾ। ਫਾਲੋ ਫਾਦਰ ਕੀਤਾ ਕਿ ਸਿਰਫ ਸੁਣ ਲਿਆ, ਸੁਣਨਾ ਮਤਲਬ ਕਰਨਾ। ਤਾਂ ਤੀਸਰਾ ਕਦਮ ਸਦਾ ਹੀ ਜੀ ਹਾਜ਼ਰ ਅਤੇ ਨਾਜ਼ਿਰ। ਕਦੇ ਬ੍ਰਹਮਾ ਬਾਪ ਤੋਂ ਸ਼ਿਵ ਬਾਪ ਵੱਖ ਨਹੀਂ ਹੋਏ, ਹਾਜ਼ਰ ਨਾਜ਼ਰ ਰਹੇ ਨਾ। ਬੱਚੇ ਨੇ ਕਿਹਾ ਬਾਬਾ ਅਤੇ ਬਾਪ ਨੇ ਕਿਹਾ ਮਿੱਠੇ ਬੱਚੇ। ਤਾਂ ਮਨ ਦੀ ਸਥਿਤੀ ਵਿੱਚ ਸਦਾ ਹਾਜ਼ਰ ਦੇ ਨਾਜ਼ਰ ਅਨੁਭਵ ਕੀਤਾ। ਸੇਵਾ ਵਿੱਚ ਸਦਾ ਜੀ ਹਾਜ਼ਰ ਕੀਤਾ, ਭਾਵੇਂ ਰਾਤ ਹੋਵੇ ਭਾਵੇਂ ਦਿਨ ਹੋਵੇ। ਸੇਵਾ ਦਾ ਡਾਇਰੈਕਸ਼ਨ ਮਿਲਿਆ ਅਤੇ ਪ੍ਰੈਕਟੀਕਲ ਕੀਤਾ ਅਤੇ ਕਰਮ ਵਿੱਚ ਸਦਾ ਹਾਂਜੀ ਕੀਤਾ। ਹਾਂਜੀ ਦਾ ਪਾਠ ਪੜਾਇਆ ਨਾ, ਤਾਂ ਤੁਸੀਂ ਕੀ ਫਾਲੋ ਕਰਦੇ ਹੋ? ਕਦੇ ਹਾਂਜੀ ਕਦੇ ਨਾ ਜੀ ਤਾਂ ਨਹੀਂ ਕਰਦੇ। ਤਾਂ ਪਿਆਰ ਦਾ ਸਬੂਤ ਵਿਖਾਇਆ। ਇਵੇਂ ਨਹੀਂ ਸੋਚੋ ਕਿ ਜਿੰਨਾ ਬਾਬਾ ਨਾਲ ਮੇਰਾ ਪਿਆਰ ਹੈ ਉਤਨਾ ਹੋਰ ਕਿਸੇ ਦਾ ਨਹੀਂ। ਮੇਰੇ ਦਿਲ ਵਿੱਚ ਵੇਖ ਲਵੋ ਕੀ ਵਿਖਾਵਾ ਕੀ ਸੁਣਾਵਾਂ। ਬੱਚੇ ਅਜਿਹੇ ਗੀਤ ਗਾਉਂਦੇ ਹੈ, ਲੇਕਿਨ ਸਬੂਤ ਵਿਖਾਓ। ਸਬੂਤ ਹੈ ਫਾਲੋ ਫਾਦਰ। ਤਾਂ ਚੈੱਕ ਕਰੋ ਸਥਿਤੀ ਵਿੱਚ, ਸੇਵਾ ਵਿੱਚ, ਕਰਮ ਮਤਲਬ ਸੰਬੰਧ ਸੰਪਰਕ ਵਿੱਚ। ਸੰਬੰਧ ਅਤੇ ਸੰਪਰਕ ਵਿੱਚ ਆਉਣਾ ਹੀ ਕਰਮ ਹੈ। ਤਿੰਨਾਂ ਵਿੱਚ ਸਦਾ ਫਾਲੋ ਫਾਦਰ ਰਹੋ। ਹਰ ਫਰਮਾਨ ਸਿਰਫ ਬੁੱਧੀ ਤੱਕ ਰਹਿੰਦਾ ਹੈ ਜਾਂ ਕਰਮ ਵਿੱਚ ਵੀ ਲਿਆਉਂਦੇ ਹੈ। ਰਿਜ਼ਲਟ ਵਿੱਚ ਵੇਖਿਆ ਜਾਂਦਾ ਹੈ ਕਿ ਜੇਕਰ ਬੁੱਧੀ ਅਤੇ ਬਾਣੀ ਵਿੱਚ 100 ਗੱਲਾਂ ਰਹਿੰਦੀਆਂ ਹੈ ਤਾਂ ਕਰਮ ਵਿੱਚ 50 ਹੈ। ਤਾਂ ਉਹਨਾਂ ਨੂੰ ਫਾਲੋ ਫਾਦਰ ਕਹੀਏ। ਅਧੂਰੀ ਰਿਜ਼ਲਟ ਵਾਲਿਆਂ ਨੂੰ ਫਾਲੋ ਫਾਦਰ ਦੀ ਲਿਸਟ ਵਿੱਚ ਰੱਖੀਏ। ਤੁਸੀਂ ਕੀ ਸਮਝਦੇ ਹੋ? ਉਹ ਫਰਮਾਨ ਵਰਦਾਰ ਹੈ ਕਿ ਤੁਸੀਂ ਵਾਧੇ ਵਿੱਚ ਰਾਜੀ ਹੋ। ਥੋੜਾ ਥੋੜਾ ਫਰਕ ਪਸੰਦ ਹੈ। ਸ਼ੁਰੂ ਵਿੱਚ ਮਾਲਾ ਵੀ ਬਣਾਉਂਦੇ ਹੈ, 골ਡਨ ਸਿਲਵਰ ਵੀ ਲਿਸਟ ਨਿਕਾਲਦੇ ਸੀ। ਤਾਂ ਹੁਣ ਫਿਰ ਤੋਂ ਲਿਸਟ ਕੱਢੀਏ ਕਿ ਸਿਲਵਰ ਵਿੱਚ ਨਾਮ ਵੇਖ ਕੇ ਕਾਪਰ ਬਣ ਜਾਓਗੇ। ਸਮੇਂ ਦੀ ਸੂਚਨਾ ਬਾਪ ਦਾ ਦੇ ਹੀ ਰਹੇ ਹੈ, ਲੇਕਿਨ ਪ੍ਰਕਿਰਤੀ ਵੀ ਦੇ ਰਹੀ ਹੈ। ਪ੍ਰਕਿਰਤੀ ਵੀ ਚੈਲੰਜ ਕਰ ਰਹੀ ਹੈ। ਤਾਂ ਸਮੇਂ ਦੇ ਪ੍ਰਮਾਣ ਤੁਸੀਂ ਲੋਕ ਹੋਰਨਾਂ ਨੂੰ ਵੀ ਸੂਚਨਾ ਦਿੰਦੇ ਰਹਿੰਦੇ ਹੋ। ਭਾਸ਼ਣ ਵਿੱਚ ਸਭ ਨੂੰ ਕਹਿੰਦੇ ਹੋ ਕਿ ਸਮੇਂ ਆ ਗਿਆ ਹੈ, ਸਮੇਂ ਆ ਗਿਆ ਹੈ। ਤਾਂ ਆਪਣੇ ਨੂੰ ਵੀ ਕਹਿੰਦੇ ਹੋ ਜਾਂ ਸਿਰਫ ਦੂਜਿਆਂ ਨੂੰ ਕਹਿੰਦੇ ਹੋ? ਦੂਜਿਆਂ ਨੂੰ ਕਹਿਣਾ ਤੇ ਸੌਖਾ ਹੁੰਦਾ ਹੈ ਨਾ। ਤਾਂ ਖੁਦ ਵੀ ਇਹ ਚੈਲੰਜ ਸਮ੍ਰਿਤੀ ਵਿੱਚ ਲਿਆਓ। ਸਮੇਂ ਦੇ ਅਨੁਸਾਰ ਆਪਣੇ ਪੁਰਸ਼ਾਰਥ ਦੀ ਗਤੀ ਕੀ ਹੈ? ਬਾਪ ਦਾਦਾ ਇੱਕ ਗੱਲ ਦੇ ਅੰਦਰ ਮੁਸਕਰਾਉਂਦੇ ਰਹਿੰਦੇ ਹੈ। ਕਿਸ ਗੱਲ ਤੇ ਮੁਸਕਰਾਉਂਦੇ ਹੈ? ਜਾਣਦੇ ਹੈ ਇੱਕ ਪਾਸੇ ਮੈਜੋਰਿਟੀ ਬੱਚੇ ਕਦੇ ਇੱਕ ਸੈਕਿੰਡ ਇਹ ਸੋਚਦੇ ਹੈ ਕਿ ਸਮੇਂ ਪ੍ਰਮਾਣ ਪੁਰਸ਼ਾਰਥ ਵਿੱਚ ਤੀਵਰਤਾ ਹੋਣੀ ਚਾਹੀਦੀ ਹੈ, ਅਤੇ ਦੂਜੇ ਪਾਸੇ ਜਦੋਂ ਮਾਇਆ ਆਪਣਾ ਪ੍ਰਭਾਵ ਪਾ ਦਿੰਦੀ ਹੈ ਤਾਂ ਦੂਜੇ ਸੈਕਿੰਡ ਇਹ ਸੋਚਦੇ ਹੈ ਕਿ ਇਹ ਤਾਂ ਸਭ ਚੱਲਦਾ ਹੀ ਹੈ, ਇਹ ਤਾਂ ਮਹਾਰਥੀਆਂ ਤੋਂ ਵੀ ਪਰੰਪਰਾ ਚੱਲਿਆ ਆਉਂਦਾ ਹੈ। ਤਾਂ ਬਾਪ ਦਾਦਾ ਕੀ ਕਰਨਗੇ? ਗੁੱਸਾ ਤੇ ਨਹੀਂ ਕਰਨਗੇ ਨਾ, ਮੁਸਕਰਾਉਣਗੇ। ਅਤੇ ਇਸ ਦਾ
ਵਿਸ਼ੇਸ਼ ਕਾਰਨ ਹੈ ਕਿ ਸਮੇਂ ਪ੍ਰਤੀ ਸਮੇਂ ਪੁਰਸ਼ਾਰਥ ਨੂੰ ਬਹੁਤ ਸਹਿਜ ਕਰ ਦਿੰਦਾ ਹੈ, ਈਜ਼ੀ ਕਰ ਲਿਆ ਹੈ। ਸੁਭਾਅ ਨੂੰ ਈਜ਼ੀ ਨਹੀਂ ਕਰਦੇ, ਸੁਭਾਅ ਵਿੱਚ ਟਾਈਟ ਹੁੰਦੇ ਹੈ ਅਤੇ ਪੁਰਸ਼ਾਰਥ ਵਿੱਚ ਈਜ਼ੀ ਹੋ ਜਾਂਦੇ ਹੈ। ਫਿਰ ਸੋਚਦੇ ਹੈ ਸਹਿਜ ਯੋਗ ਹੈ ਨਾ, ਲੇਕਿਨ ਜੀਵਨ ਵਿੱਚ ਪੁਰਸ਼ਾਰਥ ਵਿੱਚ ਈਜ਼ੀ ਰਹਿਣਾ, ਇਸ ਨੂੰ ਸਹਿਜ ਯੋਗ ਨਹੀਂ ਕਿਹਾ ਜਾਂਦਾ, ਕਿਉਂਕਿ ਈਜ਼ੀ ਰਹਿਣਾ ਨਾਲ ਸ਼ਕਤੀਆਂ ਮਰਜ ਹੋ ਜਾਂਦੀਆਂ ਹੈ, ਇਮਰਜ ਨਹੀਂ ਹੁੰਦੀਆਂ। ਤੁਸੀਂ ਸਭ ਆਪਣੇ ਬ੍ਰਾਹਮਣ ਜੀਵਨ ਦੇ ਆਦਿ ਦਾ ਸਮਾਂ ਯਾਦ ਕਰੋ। ਉਸ ਵੇਲੇ ਕਿਵੇਂ ਪੁਰਸ਼ਾਰਥ ਰਿਹਾ? ਈਜ਼ੀ ਰਿਹਾ ਜਾਂ ਟੈਨਸ਼ਨ ਵਾਲਾ ਪੁਰਸ਼ਾਰਥ ਰਿਹਾ, ਅਟੈਂਸ਼ਨ ਵਾਲਾ ਰਿਹਾ, ਉਮੰਗ ਉਤਸ਼ਾਹ ਵਾਲਾ ਰਿਹਾ? ਅਤੇ ਹੁਣ ਅਲਵੇਲੇਪਨ ਦੇ ਡੈਲਪ ਦੇ ਤਕੀਏ ਅਤੇ ਬਿਸਤਰ ਮਿਲ ਗਏ ਹੈ। ਸਾਧਨਾ ਨੇ ਆਰਾਮ ਪਸੰਦ ਬਣਾ ਦਿੱਤਾ ਹੈ। ਤਾਂ ਆਪਣੇ ਆਦਿ ਦੇ ਪੁਰਸ਼ਾਰਥ, ਆਦਿ ਦੀ ਸੇਵਾ ਅਤੇ ਆਦਿ ਦੇ ਉਮੰਗ ਉਤਸ਼ਾਹ ਨੂੰ ਚੈੱਕ ਕਰੋ। ਕੀ ਸੀ? ਆਰਾਮ ਪਸੰਦ ਸੀ? ਨਹੀਂ। ਅਤੇ ਹੁਣ ਥੋੜਾ ਥੋੜਾ ਹੈ। ਸਾਧਨ ਸੇਵਾ ਦੇ ਪ੍ਰਤੀ ਹੈ, ਸਾਧਨ ਖੁਦ ਨੂੰ ਆਰਾਮ ਪਸੰਦ ਬਣਾਉਣ ਦੇ ਲਈ ਨਹੀਂ ਹੈ। ਤਾਂ ਹੁਣ ਡੈਲਪ ਦਾ ਤਕੀਆ ਅਤੇ ਬਿਸਤਰਾ ਨਿਕਾਲੋ, ਪਟਰਾਣੀਆਂ ਬਣੋ, ਪਟਰਾਣੇ ਬਣੋ, ਭਾਵੇਂ ਪਲੰਘ ਤੇ ਸੋਵੋ, ਲੇਕਿਨ ਸਥਿਤੀ ਪਟਰਾਣੇ ਦੀ ਹੋਵੇ। ਦੇਖੋ, ਆਦਿ ਸੇਵਾ ਦੇ ਸਮੇਂ ਵਿੱਚ ਸਾਧਨ ਨਹੀਂ ਸੀ, ਲੇਕਿਨ ਸਾਧਨਾ ਕਿੰਨੀ ਸ੍ਰੇਸ਼ਟ ਰਹੀ, ਜਿਸ ਦੀ ਸਾਧਨਾ ਨੇ ਇਹ ਸਾਰੀ ਬ੍ਰਿਧੀ ਕੀਤੀ ਹੈ। ਤਾਂ ਸਾਧਨਾ ਦੇ ਬੀਜ ਨੂੰ ਵਿਸਤਾਰ ਵਿੱਚ ਛਿਪਾ ਨਹੀਂ ਦੇਵੋ। ਜਦੋਂ ਵਿਸਤਾਰ ਹੁੰਦਾ ਹੈ ਤਾਂ ਬੀਜ ਛਿਪ ਜਾਂਦਾ ਹੈ। ਤਾਂ ਸਾਧਨਾ ਹੈ ਬੀਜ, ਸਾਧਨ ਹੈ ਵਿਸਤਾਰ। ਤਾਂ ਸਾਧਨਾ ਦਾ ਬੀਜ ਛਿਪਣ ਨਹੀਂ ਦੇਵੋ। ਹੁਣ ਫਿਰ ਤੋਂ ਬੀਜ ਨੂੰ ਪ੍ਰਤੱਖ ਕਰੋ। ਬਾਪ ਦਾਦਾ ਨੇ ਇਸ ਸੀਜ਼ਨ ਵਿੱਚ ਕੰਮ ਦਿੱਤਾ ਸੀ, ਲੇਕਿਨ ਕੀਤਾ ਨਹੀਂ। ਯਾਦ ਹੈ ਕੀ ਦਿੱਤਾ ਸੀ? ਕਿ ਕਾਪੀਆਂ ਵਿੱਚ ਹੈ। ਕੰਮ ਦਿੱਤਾ ਸੀ ਕਿ ਬੇਹੱਦ ਦੇ ਵੈਰਾਗ ਬ੍ਰਿਤੀ ਦੇ ਖੁਦ ਨਾਲ ਵੀ ਚਰਚਾ ਕਰੋ ਅਤੇ ਆਪਸ ਵਿੱਚ ਵੀ ਚਰਚਾ ਕਰੋ ਅਤੇ ਪ੍ਰੈਕਟੀਕਲ ਵਿੱਚ ਇਸ ਸਾਧਨਾ ਦੇ ਬੀਜ ਨੂੰ ਪ੍ਰਤੱਖ ਕਰੋ। ਤਾਂ ਕੀਤਾ ਕਿ ਇੱਕ ਦਿਨ ਸਿਰਫ ਡਿਬੇਟ ਕਰ ਲਈ, ਵਰਕਸ਼ਾਪ ਤਾਂ ਹੋ ਗਈ, ਲੇਕਿਨ ਵਰਕ ਵਿੱਚ ਨਹੀਂ ਆਈ। ਤਾਂ ਵਰਤਮਾਨ ਸਮੇਂ ਦੇ ਪ੍ਰਮਾਣ ਹੁਣ ਆਪਣੀ ਸੇਵਾ ਅਤੇ ਸੇਵਾ ਸਥਾਨਾਂ ਦੀ ਦਿਨਚਰਿਆ ਬੇਹੱਦ ਦੇ ਵੈਰਾਗ ਬ੍ਰਿਤੀ ਦੀ ਬਣਾਓ। ਹੁਣ ਆਰਾਮ ਦੀ ਦਿਨਚਰਿਆ ਮਿਕਸ ਹੋ ਗਈ ਹੈ। ਇਹ ਅਲਵੀਲਾਪਨ ਸਰੀਰ ਦੀਆਂ ਛੋਟੀਆਂ-ਛੋਟੀਆਂ ਬਿਮਾਰੀਆਂ ਦੇ ਵੀ ਬਹਾਨੇ ਬਣਾਉਂਦੇ ਹੈ। ਪਹਿਲੇ ਵੀ ਤੇ ਬਿਮਾਰੀ ਹੁੰਦੀ ਸੀ ਨਾ, ਲੇਕਿਨ ਸੇਵਾ ਦਾ ਉਮੰਗ ਬਿਮਾਰੀ ਨੂੰ ਮਰਜ ਕਰ ਦਿੰਦਾ ਹੈ। ਜਦੋਂ ਕੋਈ ਤੁਹਾਡਾ ਦਿਲ ਪਸੰਦ ਸੇਵਾ ਹੁੰਦੀ ਹੈ ਤਾਂ ਬਿਮਾਰੀ ਯਾਦ ਆਉਂਦੀ ਹੈ। ਜੇਕਰ ਤੁਹਾਨੂੰ ਇੰਚਾਰਜ ਭੈਣ ਕਹੇ ਨਹੀਂ, ਤੁਹਾਡੀ ਤਬੀਅਤ ਠੀਕ ਨਹੀਂ ਹੈ, ਦੂਜੇ ਨੂੰ ਕਰਨ ਦਿਓ, ਤਾਂ ਕਰਨ ਦੇਵੋਗੇ? ਉਸ ਵੇਲੇ ਬੁਖਾਰ ਜਾਂ ਸਿਰ ਦਰਦ ਕਿੱਥੇ ਚਲਿਆ ਜਾਂਦਾ ਹੈ? ਅਤੇ ਜਦੋਂ ਕੋਈ ਸੇਵਾ ਪਸੰਦ ਨਹੀਂ ਹੋਵੇਗੀ ਤਾਂ ਕੀ ਹੋਵੇਗਾ? ਸਿਰ ਦਰਦ ਵੀ ਆ ਜਾਵੇਗਾ, ਤਾਂ ਪੇਟ ਦਰਦ ਵੀ ਆ ਜਾਵੇਗਾ। ਸੁਣਾਇਆ ਹੈ ਨਾ ਕਿ ਜੇਕਰ ਬਹਾਨੇਬਾਜ਼ੀ ਵਿੱਚ ਬੁਖਾਰ ਕਹੋਗੀ ਤਾਂ ਟੀਚਰ ਕਹੇਗੀ ਕਿ ਥਰਮਾਮੀਟਰ ਲਗਾਓ, ਲੇਕਿਨ ਪੇਟ ਦਰਦ ਅਤੇ ਸਿਰ ਦਰਦ ਦਾ ਥਰਮਾਮੀਟਰ ਤਾਂ ਹੈ ਹੀ ਨਹੀਂ। ਮੂੰਹ ਠੀਕ ਨਹੀਂ ਹੋਵੇਗਾ ਅਤੇ ਕਹਿਣਗੇ ਕਿ ਪੇਟ ਦਰਦ ਹੈ। ਤਾਂ ਇਹ ਅਲਵੀਲਾਪਨ ਦੇ ਬਹਾਨੇ ਹੈ। ਬੇਹੱਦ ਦੇ ਵੈਰਾਗ ਬ੍ਰਿਤੀ ਮਰਜ ਹੋ ਗਈ ਹੈ ਅਤੇ ਬਹਾਨੇਬਾਜ਼ੀ ਇਮਰਜ ਹੋ ਗਈ ਹੈ। ਬਾਪ ਦਾਦਾ ਵੇਖ ਰਹੇ ਹੈ ਕਿ ਸਾਰੇ ਬੱਚੇ ਬਹੁਤ ਸਨੇਹ ਨਾਲ ਮਧੂਬਨ ਵਿੱਚ ਪਹੁੰਚ ਗਏ ਹੈ। ਤਾਂ ਸਨੇਹ ਦੇ ਤੇ ਵੇਖਿਆ ਉਸ ਦੀ ਮੁਬਾਰਕ ਹੋਵੇ। ਬਾਪ ਦਾਦਾ ਨੂੰ ਵੀ ਬੱਚਿਆਂ ਦੀ ਖੁਸ਼ੀ ਹੁੰਦੀ ਹੈ, ਲੇਕਿਨ ਅੱਗੇ ਕੀ ਕਰਨਾ ਹੈ? ਸਿਰਫ ਮਧੂਬਨ ਤੱਕ ਪਹੁੰਚਣਾ ਹੈ ਜਾਂ ਸਨੇਹ ਦਾ ਸਬੂਤ ਵਿਖਾਉਣ ਦੇ ਲਈ ਫਰਿਸ਼ਤਾ ਰੂਪ ਵਿੱਚ ਵਤਨ ਪਹੁੰਚਣਾ ਹੈ? ਕੀ ਕਰਨਾ ਹੈ? ਮਧੂਬਨ ਵਿੱਚ ਪਹੁੰਚੇ ਉਸ ਦੀ ਮੁਬਾਰਕ ਹੈ, ਲੇਕਿਨ ਫਰਿਸ਼ਤਾ ਬਣ ਵਤਨ ਵਿੱਚ ਕਦੋਂ ਪਹੁੰਚੋਗੇ? ਚਲਦੇ ਫਿਰਦੇ ਤੁਸੀਂ ਸਭ ਨੂੰ ਫਰਿਸ਼ਤਾ ਹੀ ਦੇਖਣ, ਬੋਲ ਚਾਲ, ਰਹਿਣ ਸਹਿਣ ਸਭ ਫਰਿਸ਼ਤਿਆਂ ਦਾ ਬਣ ਜਾਵੇ। ਅਤੇ ਫਰਿਸ਼ਤੇ ਦਾ ਅਰਥ ਹੀ ਹੈ ਡਬਲ ਲਾਈਟ। ਤਾਂ ਦਿਨਚਰਿਆ ਵਿੱਚ ਲਾਈਟ ਨਹੀਂ ਬਣਨਾ ਹੈ, ਲੇਕਿਨ ਸੰਬੰਧ ਸੰਪਰਕ ਵਿੱਚ, ਸਥਿਤੀ ਵਿੱਚ ਲਾਈਟ। ਤਾਂ ਲਾਈਟ ਬਣਨਾ ਆਉਂਦਾ ਹੈ ਕਿ ਬੋਝ ਖਿੱਚਦਾ ਹੈ। ਬਾਪ ਦਾਦਾ ਸਨੇਹ ਦਾ ਸਬੂਤ ਵੇਖਣਾ ਚਾਹੁੰਦੇ ਹੈ ਅਤੇ ਜਦੋਂ ਸਨੇਹ ਦਾ ਸਬੂਤ ਦਿਓਗੇ ਤਾਂ ਤੁਹਾਨੂੰ ਤਾਲੀਆਂ ਵਜਾਉਣ ਦੀ ਲੋੜ ਨਹੀਂ ਪਵੇਗੀ, ਲੇਕਿਨ ਮਾਇਆ ਦੀ ਤਾਲੀ ਵਜੇਗੀ। ਵਾਹ ਵਿਜਈ ਵਾਹ! ਪ੍ਰਕਿਰਤੀ ਵੀ
ਤਾਲੀ ਵਜਾਵੇਗੀ ਤਾਂ ਹੁਣ ਕੁਝ ਪਰਿਵਰਤਨ ਕਰੋ। ਹੁਣ ਖੁਦ ਨੂੰ ਸਨੇਹ ਦੇ ਨਾਲ ਸ਼ਕਤੀਸ਼ਾਲੀ ਬਣਾਓ। ਖੁਦ ਦੇ ਪਰਿਵਰਤਨ ਵਿੱਚ ਸ਼ਕਤੀ ਰੂਪ ਬਣੋ। ਸਹਿਜ ਜੋਗੀ ਕਰਕੇ ਅਲਵੇਲਾਪਨ ਨਹੀਂ ਲਾਓ। ਬਾਪ ਦਾਦਾ ਵੇਖਦੇ ਹੈ ਕਿ ਖੁਦ ਦੇ ਪ੍ਰਤੀ, ਭਾਵੇਂ ਸੇਵਾ ਦੇ ਪ੍ਰਤੀ, ਭਾਵੇਂ ਹੋਰਨਾਂ ਦੇ ਸੰਬੰਧ ਸੰਪਰਕ ਪ੍ਰਤੀ ਅਲਵੇਲਾਪਨ ਜ਼ਿਆਦਾ ਆ ਗਿਆ ਹੈ। ਅਜਿਹੇ ਨਹੀਂ ਸੋਚੋ ਕਿ ਸਭ ਚੱਲਦਾ ਹੈ। ਇੱਕ ਦੂਜੇ ਨੂੰ ਕਾਪੀ ਨਹੀਂ ਕਰੋ, ਬਾਪ ਨੂੰ ਕਾਪੀ ਕਰੋ। ਦੂਜਿਆਂ ਨੂੰ ਵੇਖਣ ਦੀ ਆਦਤ ਥੋੜ੍ਹੀ ਜ਼ਿਆਦਾ ਹੋ ਗਈ ਹੈ। ਆਪਣੇ ਨੂੰ ਵੇਖਣ ਵਿੱਚ ਅਲਵੇਲਾਪਨ ਆ ਗਿਆ ਹੈ। ਬਾਪ ਦਾਦਾ ਨੇ ਸੁਣਾਇਆ ਸੀ ਨਾ ਕਿ ਨੇੜੇ ਦੀ ਨਜ਼ਰ ਕਮਜ਼ੋਰ ਹੋ ਗਈ ਹੈ ਅਤੇ ਦੂਰ ਦੀ ਨਜ਼ਰ ਤੇਜ਼ ਹੋ ਗਈ ਹੈ। ਤਾਂ ਹੁਣ ਕੀ ਕਰੋਗੇ? ਸੀਜ਼ਨ ਦਾ ਫਲ ਕੀ ਦੇਵੋਗੇ? ਕੀ ਸਿਰਫ ਬਾਪ ਆਇਆ, ਮਿਲਿਆ ਮਨਾਇਆ, ਮੁਰਲੀ ਸੁਣੀ, ਇਹ ਫਲ ਹੈ? ਹਰ ਸੀਜ਼ਨ ਦਾ ਫਲ ਹੁੰਦਾ ਹੈ ਨਾ। ਤਾਂ ਇਸ ਸੀਜ਼ਨ ਦਾ ਫਲ ਬਾਪ ਦਾਦਾ ਨੂੰ ਕੀ ਭੋਗ ਲਗਾਓਗੇ? ਭੋਗ ਲਗਾਉਂਦੇ ਹੈ ਤਾਂ ਫਲ ਵੀ ਰੱਖਦੇ ਹੈ ਨਾ, ਉਹ ਤਾਂ ਬਾਜ਼ਾਰ ਵਿੱਚ ਮਿਲ ਜਾਂਦਾ ਹੈ, ਕੋਈ ਵੱਡੀ ਗੱਲ ਨਹੀਂ। ਹੁਣ ਇਸ ਸੀਜ਼ਨ ਦਾ ਫਲ ਕੀ ਭੇਟ ਕਰੋਗੇ ਜਾਂ ਭੋਗ ਲਗਾਉਣਾ ਹੈ ਜਾਂ ਮੁਸ਼ਕਿਲ ਹੈ? ਤਾਂ ਵੇਖੋਗੇ ਕਿ ਨੰਬਰ 1 ਭੋਗ ਕਿੱਥੇ ਆਉਂਦਾ ਹੈ। ਵਾਅਦਾ ਤਾਂ ਬਹੁਤ ਵਧੀਆ ਕਰਦੇ ਹੈ, ਕਦੇ ਵੀ ਨਾ ਨਹੀਂ ਕਰਦੇ ਹੈ, ਹਾਂ ਹੀ ਕਰਦੇ ਹੈ, ਖੁਸ਼ ਕਰ ਦਿੰਦੇ ਹੈ। ਲੇਕਿਨ ਹੁਣ ਕੀ ਕਰੀਏ? ਟੀਚਰ ਨੰਬਰ 1 ਭੋਗ ਲਗਾਓਗੀ ਨਾ, ਸਭ ਸੈਂਟਰਸ ਦਾ ਭੋਗ ਵੇਖਾਂਗੇ। ਪ੍ਰਵਿਰਤੀ ਵਾਲੇ ਵੀ ਭੋਗ ਤਾਂ ਲਗਾਉਂਦੇ ਹੈ ਨਾ ਕਿ ਖੁਦ ਹੀ ਖਾ ਜਾਂਦੇ ਹੈ। ਤਾਂ ਇਹ ਨਹੀਂ ਸੋਚਣਾ ਕਿ ਸਿਰਫ ਸੈਂਟਰਸ ਵਾਲਿਆਂ ਦਾ ਕੰਮ ਹੈ, ਸਭ ਦਾ ਕੰਮ ਹੈ। ਤਾਂ ਫਰਮਾਨ ਨੰਬਰਦਾਰ ਦਾ ਕਦਮ ਪ੍ਰੈਕਟੀਕਲ ਵਿੱਚ ਲਿਆਉਣਾ ਹੈ। ਚੌਥਾ ਕਦਮ ਵਫਾਦਾਰ। ਕਦੇ ਵੀ ਮਨ ਤੋਂ, ਬੁੱਧੀ ਤੋਂ, ਸੰਕਲਪ ਤੋਂ ਬਾਪ ਦੇ ਵਫਾਦਾਰ ਨਹੀਂ ਬਣਨਾ। ਵਫਾਦਾਰ ਤਾਂ ਅਰਥ ਹੀ ਹੈ ਸਦਾ ਇੱਕ ਬਾਪ, ਦੂਜਾ ਨਾ ਕੋਈ। ਸੰਕਲਪ ਵਿੱਚ ਵੀ ਦੇ ਸੰਬੰਧ, ਦੇ ਪਦਾਰਥ ਜਾਂ ਦੇਹਧਾਰੀ ਵਿਅਕਤੀ ਆਕਰਸ਼ਿਤ ਨਹੀਂ ਕਰੇ। ਜਿਵੇਂ ਜਦੋਂ ਪਤੀ ਪਤਨੀ ਇੱਕ ਦੂਜੇ ਦੇ ਵਫਾਦਾਰ ਬਣਦੇ ਹੈ ਤਾਂ ਸੁਪਨੇ ਵਿੱਚ ਵੀ ਜੇਕਰ ਪਰ ਦੂਸਰੇ ਦੀ ਯਾਦ ਆ ਗਈ ਤਾਂ ਵਫਾਦਾਰ ਨਹੀਂ ਕਿਹਾ ਜਾਂਦਾ। ਤਾਂ ਬ੍ਰਹਮਾ ਬਾਪ ਨੂੰ ਦੇਖਿਆ, ਸੰਕਲਪ ਵੀ ਦੂਜੇ ਦੇ ਵੱਲ ਨਹੀਂ, ਇੱਕ ਬਾਪ ਸਭ ਕੁਝ ਹੈ, ਇਸ ਨੂੰ ਕਿਹਾ ਜਾਂਦਾ ਹੈ ਵਫਾਦਾਰ। ਜੇਕਰ ਪਦਾਰਥ ਦੀ ਵੀ ਆਕਰਸ਼ਣ, ਸਾਧਨਾ ਦੀ ਵੀ ਆਕਰਸ਼ਣ ਹੈ ਤਾਂ ਸਾਧਨ ਖੰਡਿਤ ਹੋ ਜਾਂਦੀ ਹੈ, ਵਫਾਦਾਰੀ ਖੰਡਿਤ ਹੋ ਜਾਂਦੀ ਹੈ। ਅਤੇ ਖੰਡਿਤ ਕਦੇ ਵੀ ਸੰਪੰਨ ਪੂਜਯ ਨਹੀਂ ਗਾਇਆ ਜਾਂਦਾ ਹੈ। ਤਾਂ ਚੈੱਕ ਕਰੋ ਕਿ ਸੰਕਲਪ ਵਿੱਚ ਵੀ ਕੋਈ ਆਕਰਸ਼ਣ ਬੇਵਫਾ ਤਾਂ ਨਹੀਂ ਬਣਾ ਦਿੰਦਾ। ਜੇਕਰ ਜਰਾ ਵੀ ਕਿਸੇ ਦੇ ਪ੍ਰਤੀ ਵਿਸ਼ੇਸ਼ ਝੁਕਾਅ ਹੈ, ਥੋੜਾ ਵੀ ਪਰਸਨਲ ਝੁਕਾਅ ਹੈ, ਭਾਵੇਂ ਗੁਣ ਦੇ ਉੱਪਰ, ਭਾਵੇਂ ਸੇਵਾ ਦੇ ਉੱਪਰ, ਭਾਵੇਂ ਚੰਗੇ ਸੰਸਕਾਰਾਂ ਦੇ ਉੱਪਰ ਵੀ ਜੇਕਰ ਐਕਸਟਰਾ ਪ੍ਰਭਾਵਿਤ ਹੈ ਤਾਂ ਵਫਾਦਾਰ ਨਹੀਂ ਕਿਹਾ ਜਾਵੇਗਾ। ਸਭ ਦੀ ਵਿਸ਼ੇਸ਼ਤਾ, ਬੇਹੱਦ ਦੀ ਵਿਸ਼ੇਸ਼ਤਾ ਤੇ ਆਕਰਸ਼ਿਤ ਹੈ, ਉਹ ਦੂਜੀ ਗੱਲ ਹੈ। ਲੇਕਿਨ ਕਿਸੇ ਵਿਸ਼ੇਸ਼ ਵਿਅਕਤੀ ਜਾਂ ਵੈਭਵ ਦੇ ਉੱਪਰ ਆਕਰਸ਼ਿਤ ਹੈ ਤਾਂ ਵਫਾਦਾਰ ਦੀ ਲਿਸਟ ਵਿੱਚ ਖੰਡਿਤ ਗਾਇਆ ਜਾਵੇਗਾ। ਤਾਂ ਚੈੱਕ ਕਰੋ ਕਿ ਖੰਡਿਤ ਮੂਰਤੀ ਤੇ ਨਹੀਂ ਹੋ, ਪੂਜਯ ਹੋ, ਕਿਧਰੇ ਐਕਸਟਰਾ ਲਗਾਵ ਜਾਂ ਝੁਕਾਵ ਤਾਂ ਨਹੀਂ ਹੈ। ਸੰਕਲਪ ਮਾਤਰ ਵੀ ਝੁਕਾਵ ਨਹੀਂ। ਬਾਚਾ ਕਰਮਣਾ ਦੀ ਵੀ ਤਾਂ ਗੱਲ ਹੀ ਛੱਡੋ, ਲੇਕਿਨ ਸੰਕਲਪ ਮਾਤਰ ਵੀ ਹੈ ਤਾਂ ਖੰਡਿਤ ਦੇ ਲਿਸਟ ਵਿੱਚ ਆ ਜਾਓਗੇ। ਤਾਂ ਚੈੱਕ ਕਰਨਾ ਆਉਂਦਾ ਹੈ ਨਾ। ਅੱਛਾ, ਚਾਰੋਂ ਪਾਸੇ ਦੇ ਅਸ਼ ਦਾ ਸਬੂਤ ਦੇਣ ਵਾਲੇ, ਹਰ ਫਰਮਾਨ ਨੂੰ ਸੰਕਲਪ, ਬੋਲ ਅਤੇ ਕਰਮ ਵਿੱਚ ਲਿਆਉਣ ਵਾਲੇ, ਸਦਾ ਖੁਦ ਨੂੰ ਬਾਪ, ਅਮਨ, ਸਿੰਪਲ ਅਤੇ ਸੈਂਪਲ ਬਣਾਉਣ ਵਾਲੇ, ਬ੍ਰਹਮਾ ਬਾਪ ਦੇ ਹਰ ਕਦਮ ਤੇ ਕਦਮ ਰੱਖਣ ਵਾਲੇ, ਅਜਿਹੇ ਸ਼ਕਤੀਸ਼ਾਲੀ ਬਾਪ ਸਮਾਨ ਬਣਨ ਦੇ ਦ੍ਰਿੜ ਸੰਕਲਪ ਧਾਰੀ ਸਰਵ ਬੱਚਿਆਂ ਨੂੰ ਬਾਪ ਦਾਦਾ ਦਾ ਯਾਦ, ਪਿਆਰ ਅਤੇ ਨਮਸਤੇ। ਵਰਦਾਨ ਹੈ ਅੱਜ ਦਾ। ਸਾਖੀਪਨ ਦੀ ਸਥਿਤੀ ਦੁਆਰਾ ਹੀਰੋ ਪਾਰਟ ਵਜਾਉਣ ਵਾਲੇ ਸਹਿਜ ਪੁਰਸ਼ਾਰਥੀ ਭਵ। ਸਾਖੀਪਨ ਦੀ ਸਥਿਤੀ ਦੁਆਰਾ ਹੀਰੋ ਪਾਰਟ ਵਜਾਉਣ ਵਾਲੇ ਸਹਿਜ ਪੁਰਸ਼ਾਰਥੀ ਭਵ। ਅੱਜ ਬਾਬਾ ਆਖਦੇ ਨੇ ਸਾਖੀਪਨ ਦੀ ਸਥਿਤੀ ਡਰਾਮੇ ਦੇ ਅੰਦਰ ਹੀਰੋ ਪਾਰਟ ਵਜਾਉਣ ਵਿੱਚ ਸਹਿਯੋਗੀ ਬਣਦੀ ਹੈ। ਜੇਕਰ ਸਾਖੀਪਨ ਨਹੀਂ ਤਾਂ ਹੀਰੋ ਪਾਰਟ ਵਜਾ ਨਹੀਂ ਸਕਦੇ। ਸਾਖੀਪਨ ਮਤਲਬ ਦੇਹ ਤੋਂ ਨਿਆਰੇ,
ਆਤਮਾ ਮਾਲਿਕਪਨ ਦੀ ਸਟੇਜ ਤੇ ਸਥਿਤ ਰਹੇ। ਦੇਹ ਤੋਂ ਵੀ ਸਾਖੀ ਮਾਲਿਕ, ਇਸ ਦੇ ਤੋਂ ਕਰਮ ਕਰਾਉਣ ਵਾਲੀ ਸਹਿਜ ਸਾਖੀ ਸਥਿਤੀ ਹੀ ਸਹਿਜ ਪੁਰਸ਼ਾਰਥ ਦਾ ਅਨੁਭਵ ਕਰਾਉਂਦੀ ਹੈ, ਕਿਉਂਕਿ ਇਸ ਸਥਿਤੀ ਵਿੱਚ ਕਿਸੇ ਵੀ ਤਰ੍ਹਾਂ ਦਾ ਵਿਘਨ ਜਾਂ ਮੁਸ਼ਕਿਲਾਤ ਨਹੀਂ ਆ ਸਕਦੀ। ਇਹ ਹੈ ਮੂਲ ਅਭਿਆਸ। ਇਸੇ ਅਭਿਆਸ ਨਾਲ ਲਾਸਟ ਵਿੱਚ ਵਿਜਈ ਬਣੋਗੇ। ਸਲੋਗਨ ਅੱਜ ਦਾ, ਫਰਿਸ਼ਤਾ ਬਣਨਾ ਹੈ ਤਾਂ ਆਪਣੇ ਸਰਵ ਰਿਸ਼ਤੇ ਇੱਕ ਪ੍ਰਭੂ ਦੇ ਨਾਲ ਜੋੜ ਲਵੋ। ਫਰਿਸ਼ਤਾ ਬਣਨਾ ਹੈ ਤਾਂ ਆਪਣੇ ਸਰਵ ਰਿਸ਼ਤੇ ਇੱਕ ਪ੍ਰਭੂ ਦੇ ਨਾਲ ਜੋੜ ਲਵੋ। ਚੰਗਾ। ਓਮ ਸ਼ਾਂਤੀ।